ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰਮਤਿ ਦੀ ਕਲਾਸ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਵਡਭਾਗੇ ਹਾਂ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਰੋਜ਼ਾਨਾ ਦੀ ਤਰ੍ਹਾਂ ਗੁਰਬਾਣੀ ਸੰਥਿਆ ਪ੍ਰਾਪਤ ਕਰ ਰਹੇ ਹਾਂ। ਸੋ ਅੱਜ ਜੋ ਗੌੜੀ ਰਾਗ ਦੇ ਅੰਦਰ ਗੌੜੀ ਗੁਰੇਰੀ ਮਹੱਲਾ ਪੰਜਵਾਂ ਸਰਲੇਖ ਹੇਠ ਗੁਰੂ ਅਰਜਨ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 176 ਉੱਪਰ ਸਵਾਇਮਾਨ ਹੈ। ਸੋ ਬੜੇ ਅਦਬ ਸਤਿਕਾਰ ਨਾਲ ਗੁਰਫਤਿਹ ਨਾਲ ਸਾਂਝ ਬਣਾ ਕੇ ਸ਼ੁਰੂਆਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਕਰਮ ਭੂਮ ਮੈਂ ਬੋਵਹੁ ਨਾਮ, ਪੂਰਨ ਹੋਏ ਤੁਮਾਰਾ ਕਾਮ। ਫਲ ਪਾਵਹਿ ਮਿਟੈ ਜਮ ਤਰਾਸ, ਨਿਤ ਗਾਵਹਿ ਹਰਿ ਹਰਿ ਗੁਣਤਾ ਜਾਸ। ਨਿਤ ਗਾਵਹਿ ਹਰਿ ਹਰਿ ਗੁਣ ਜਾਸ। ਇਹ ਪਾਵਨ ਸ਼ਬਦ ਗੁਰੂ ਅਰਜਨ ਪਾਤਸ਼ਾਹ ਜੀ ਦਾ। ਸਤਿਗੁਰੂ ਜੀ ਇਸ ਸ਼ਬਦ ਦੇ ਅੰਦਰ ਬਖਸ਼ਿਸ਼ ਕਰਦੇ ਨੇ ਕਿ ਕਰਮ ਭੂਮ ਮਹਿ ਬੋਵਹੁ ਨਾਮ। ਕਈ ਥਾਵਾਂ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਮਨੁੱਖਾ ਦੇਹ ਨੂੰ ਜਿਹੜਾ ਵਾ ਉਹ ਕਰਮ ਭੂਮੀ ਆਖਿਆ ਗਿਆ। ਤੇ ਸਤਿਗੁਰੂ ਜੀ ਇੱਥੇ ਉਦਾਹਰਨ ਦੇ ਕੇ ਇਸ ਸਰੀਰ ਦੀ ਬਖਸ਼ਿਸ਼ ਕਰਦੇ ਨੇ ਕਿ ਇਹ ਭਾਈ ਕਿ ਇਹ ਜਿਹੜਾ ਮਨੁੱਖਾ ਸਰੀਰ ਹੈ, ਜੋ ਕਰਮ ਬੀਜਣ ਵਾਲੀ ਧਰਤੀ ਹੈ, ਇਹਦੇ ਵਿੱਚ ਪ੍ਰਮਾਤਮਾ ਦਾ ਨਾਮ ਬੀਜ। ਭਾਵ ਜੋ ਅਸੀਂ ਬੀਜਦੇ ਹਾਂ ਫਸਲ ਵਿੱਚ, ਉਹੋ ਹੀ ਅਸੀਂ ਫਸਲ ਕੱਟਦੇ ਹਾਂ। ਜਿਸ ਤਰ੍ਹਾਂ ਖੇਤਾਂ ਦੇ ਵਿੱਚ ਜੌਂ ਖਿਲਾਰੇ ਹਨ, ਜੌਂ ਵੱਢਾਂਗੇ। ਜੇ ਕਣਕ ਖਿਲਾਰੀ ਹੈ ਤੇ ਕਣਕ, ਜੇ ਕਿੱਕਰ ਬੀਜੇ ਹਨ ਤੇ ਕਿੱਕਰ ਹੀ ਉੱਗਣਗੇ। ਜੇ ਫਲਦਾਇਕ ਫੁੱਲਦਾਇਕ ਬੂਟੇ ਬੀਜਾਂਗੇ ਤੇ ਉਹਨਾਂ ਤੋਂ ਫਲ ਫੁੱਲ ਆਦਿ ਪ੍ਰਾਪਤ ਹੋਣਗੇ। ਗੁਰੂ ਸਾਹਿਬ ਕਹਿੰਦੇ ਨੇ ਇਹ ਵੀ ਇੱਕ ਸਰੀਰ ਜਿਹੜਾ ਹੈ, ਇਹ ਧਰਤੀ ਹੈ। ਜਿਸ ਤਰ੍ਹਾਂ ਧਰਤੀ ਵਿੱਚ ਬੀਜਿਆ ਹੋਇਆ ਬੀਜ ਉਹ ਸਾਨੂੰ ਉਹਦੇ ਵਿੱਚੋਂ ਉਹੀ ਕੁਝ ਦਿੰਦਾ ਹੈ ਜੋ ਅਸੀਂ ਬੀਜਦੇ ਹਾਂ। ਇਸੇ ਤਰ੍ਹਾਂ ਹੀ ਇਹ ਸਰੀਰ ਵਿੱਚ ਜੋ ਤੂੰ ਬੀਜੇਗਾ ਉਹੀ ਮਿਲੇਗਾ। ਤੇ ਇਹਦੇ ਵਿੱਚ ਭਾਈ ਨਾਮ ਬੀਜ, ਕਿਉਂਕਿ ਨਾਮ ਤੋਂ ਬਗੈਰ ਤੇਰਾ ਪਾਰ ਉਤਾਰਾ ਨਹੀਂ। ਪੂਰਨ ਹੋਏ ਤੁਮਾਰਾ ਕਾਮ। ਜੇ ਨਾਮ ਬੀਜੇਗਾ ਤੇ ਇਸ ਤਰ੍ਹਾਂ ਕਰਨ ਦੇ ਨਾਲ ਤੇਰਾ ਜਿਹੜਾ ਮਨੁੱਖਾ ਜੀਵਨ ਦਾ ਮਨੋਰਥ ਹੈ ਉਹ ਪੂਰਾ ਹੋ ਜਾਵੇਗਾ, ਸਫਲਾ ਹੋ ਜਾਵੇਗਾ। ਫਲ ਪਾਵਹਿ ਮਿਟੈ ਜਮ ਤਰਾਸ। ਤੇਰੇ ਕੋਲ ਉਹ ਫਲ ਮਿਲੇਗਾ ਜਿਸ ਫਲ ਹਾਸਲ ਕਰਨ ਦੇ ਨਾਲ ਤੈਨੂੰ ਜਿਹੜੀ ਆਤਮਿਕ ਮੌਤ ਹੈ ਉਹਦਾ ਖਤਰਾ ਜਿਹੜਾ ਮਿਟ ਜਾਏਗਾ। ਫਲ ਪਾਵਹਿ ਮਿਟੈ ਜਮ ਤਰਾਸ। ਜਿਹੜਾ ਦਿਨੇ ਰਾਤ ਮਰਦਾ ਜੰਮਦਾ ਮਰਨਾ, ਇੱਕ ਸਰੀਰਕ ਮੌਤ ਦਾ ਵੀ ਡਰ ਤੇਰੇ ਅੰਦਰੋਂ ਖਤਮ ਹੋ ਜਾਵੇਗਾ। ਤੇ ਜਿਹੜਾ ਆਤਮਿਕ ਮੌਤੇ ਮਰਦਾ ਹੈ, ਕਦੀ ਗੁਰੂ ਵੱਲ ਤੇਰਾ ਜਨਮ ਹੋ ਜਾਂਦਾ ਤੇ ਕਦੀ ਗੁਰੂ ਵੱਲੋਂ ਮੁੱਖ ਮੋੜ ਕੇ ਤੂੰ ਸੰਸਾਰ ਵੱਲ ਬੇਈਮਾਨੀਆਂ ਕਰਕੇ ਜੀਵਨ ਬਤੀਤ ਕਰਦਾ। ਇਹ ਸਾਰਾ ਕੁਝ ਤੇਰਾ ਇਹ ਡਰ ਜਿਹੜਾ ਹੈ ਉਹ ਖਤਮ ਹੋ ਜਾਵੇਗਾ। ਨਿਤ ਗਾਵਹਿ ਹਰਿ ਹਰਿ ਗੁਣ ਜਾਸ। ਤੇ ਗੁਰੂ ਸਾਹਿਬ ਇੱਥੇ ਬਖਸ਼ਿਸ਼ ਕਰਦੇ ਨੇ ਕਿ ਜੇ ਤੂੰ ਇਹ ਚਾਹੁੰਦਾ ਹੈ ਕਿ ਮੇਰੇ ਅੰਦਰੋਂ ਇਹ ਸਦਾ ਲਈ ਡਰ ਖਤਮ ਹੋ ਜਾਵੇ ਤੇ ਫਿਰ ਸਦਾ ਹੀ ਨਿਤ ਭਾਵ ਨਿਤਾ ਪ੍ਰਤੀ ਹਰ ਰੋਜ਼ ਪ੍ਰਮਾਤਮਾ ਦੇ ਗੁਣ ਗਾਵੇਂ ਤੇ ਨਿਤਾ ਪ੍ਰਤੀ ਪ੍ਰਮਾਤਮਾ ਦੇ ਜਸ ਨੂੰ ਤੂੰ ਗਾਵੇਂ। ਤੇ ਇਸ ਤਰ੍ਹਾਂ ਕਰਨ ਦੇ ਨਾਲ ਤੇਰੇ ਅੰਦਰੋਂ
ਇਹ ਜਿਹੜੀ ਜਮਾਂ ਦੀ ਤਰਾਸ ਹੈ, ਜਮਾਂ ਦੀ ਫਾਹੀ ਹੈ ਜਿਹੜੀ, ਉਹ ਖਤਮ ਹੋ ਜਾਵੇਗੀ। ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਹਰ ਹਰ ਨਾਮ ਅੰਤਰ ਉਰ ਧਾਰ, ਸੀ ਘਰ ਕਾਰਜ ਲਿਓ ਸਵਾਰ। ਸੀਕਰ ਸਤਿਗੁਰੂ ਜੀ ਇਸ ਰਹਾਉ ਵਾਲੇ ਪਦੇ ਵਿੱਚ, ਕਿਉਂਕਿ ਆਮ ਅਸੀਂ ਜਦੋਂ ਵੀ ਵਿਚਾਰ ਕਰਦੇ ਹਾਂ ਤੇ ਜਿਹੜਾ ਸ਼ਬਦ ਦਾ ਰਹਾਉ ਵਾਲਾ ਪਦਾ ਹਰ ਕਥਾਵਾਚਕ ਕੇ ਦੱਸਦਾ ਹੈ ਕਿ ਰਹਾਉ ਵਾਲੇ ਪਦੇ ਵਿੱਚ ਸਮੁੱਚਾ ਭਾਵ ਜਿਹੜਾ ਸ਼ਬਦ ਦਾ ਉਹ ਹੁੰਦਾ ਹੈ। ਤੇ ਸਤਿਗੁਰੂ ਜੀ ਇਸ ਸ਼ਬਦ ਦਾ ਸਮੁੱਚਾ ਭਾਵ ਇਹੀ ਸਾਰੰਸ਼ ਜਿਹੜਾ ਹੈ ਉਹ ਬਖਸ਼ਿਸ਼ ਕਰਦੇ ਨੇ ਕਿ ਭਾਈ ਪਰਮਾਤਮਾ ਦਾ ਨਾਮ ਨੂੰ ਆਪਣੇ ਉਰ ਭਾਵ ਹਿਰਦਾ, ਉਰ ਧਾਰ, ਹਿਰਦੇ ਦੇ ਵਿੱਚ ਧਾਰਨ ਕਰ। ਪਰਮਾਤਮਾ ਹਰ ਹਰ ਨਾਮ ਅੰਤਰ ਉਰ, ਆਪਣੇ ਅੰਦਰ ਹਿਰਦੇ ਘਰ ਵਿੱਚ ਧਾਰਨ ਕਰ। ਤੇ ਫਿਰ ਕੀ ਹੋਏਗਾ? ਸੀ ਘਰ ਛੇਤੀ ਹੀ ਕਾਰਜ ਲਿਖੋ ਸਵਾਰ। ਜਿਹੜਾ ਤੇਰੇ ਕਾਰਜ ਨੇ, ਜਿਹੜੇ ਨੇਪੜੇ ਚਾੜਨ ਵਾਸਤੇ ਤੂੰ ਆਇਆ ਹੈ, ਭਈ ਪ੍ਰਾਪਤ ਮਾਨਕ ਦੇਵਰੀ ਜਾ ਗੋਬਿੰਦ ਮਿਲਣ ਕੀ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤਨਾ ਕਾਮ ਮਿਲ, ਸਾਧ ਸੰਗਤ ਭਜ ਕੇਵਲ ਨਾਮ। ਮਨੁੱਖਾ ਦੇਹੀ ਵਿੱਚ ਭਜਨ ਬੰਦਗੀ ਕਰਕੇ ਆਤਮਾ ਨੂੰ ਪ੍ਰਮਾਤਮਾ ਵਿੱਚ ਲੀਨ ਕਰਨ ਵਾਸਤੇ ਆਇਆ। ਉਹ ਜਿਹੜਾ ਤੇਰਾ ਕਾਰਜ ਹੈ ਉਹ ਸੀਕਰ ਛੇਤੀ ਹੀ ਜਿਹੜਾ ਵਾ ਉਹ ਰਾਸ ਹੋ ਜਾਵੇਗਾ। ਤੂੰ ਉਸ ਕਾਰਜ ਨੂੰ ਸਵਾਰ ਲਵੇਂਗਾ ਤੇ ਤੇਰੇ ਜੀਵਨ ਦਾ ਜਿਹੜਾ ਮਨੋਰਥ ਹੈ ਉਹ ਸਵਰ ਜਾਏਗਾ। ਰਹਾਉ ਆਪਣੇ ਪ੍ਰਭ ਸਿਉ ਹੋ ਸਾਵਧਾਨ, ਤਾਂ ਤੂੰ ਦਰਗਹਿ ਪਾਵਹਿ ਮਾਨ। ਹੁਣ ਸਤਿਗੁਰੂ ਜੀ ਇਸ ਪੰਕਤੀ ਅੰਦਰ ਬਖਸ਼ਿਸ਼ ਕਰਦੇ ਨੇ ਕਿ ਹੇ ਭਾਈ, ਆਪਣੇ ਪ੍ਰਭ ਸਿਉ ਹੋ ਸਾਵਧਾਨ, ਆਪਣੇ ਪ੍ਰਮਾਤਮਾ ਨਾਲ ਭਾਵ ਪ੍ਰਮਾਤਮਾ ਦੀ ਯਾਦ ਵਿੱਚ ਸਦਾ ਸੁਚੇਤ ਰਹੋ। ਆਪਣੇ ਪ੍ਰਭ ਸਿਉ ਹੋ ਸਾਵਧਾਨ, ਤਾਂ ਤੂੰ ਦਰਗਹਿ ਪਾਵੇ ਮਾਨ। ਜੇ ਤੂੰ ਆਪਣੇ ਪ੍ਰਮਾਤਮਾ ਦੀ ਯਾਦ ਵਿੱਚ ਸੁਚੇਤ ਰਹੇਂਗਾ ਨਾ, ਤੇ ਤੂੰ ਸਦਾ ਹੀ ਸੁਚੇਤ ਰਹੇਂਗਾ ਤੇ ਕੀ ਹੋਵੇਗਾ? ਉਸ ਪ੍ਰਮਾਤਮਾ ਦੀ ਦਰਗਾਹ ਵਿੱਚ ਤੈਨੂੰ ਇੱਜ਼ਤ ਪ੍ਰਾਪਤ ਹੋਵੇਗੀ, ਮਾਣ ਪ੍ਰਾਪਤ ਹੋਵੇਗਾ। ਤੂੰ ਆਦਰ ਸਤਿਕਾਰ ਪ੍ਰਾਪਤ ਕਰੇਂਗਾ ਉਸ ਪ੍ਰਮਾਤਮਾ ਦੀ ਦਰਗਾਹ ਵਿੱਚ, ਜੇ ਤੂੰ ਪ੍ਰਮਾਤਮਾ ਦੇ ਪ੍ਰਤੀ ਸੁਚੇਤ ਹੋ ਕੇ, ਸਾਵਧਾਨ ਹੋ ਕੇ ਉਸ ਪ੍ਰਭੂ ਨੂੰ ਧਿਆਏਂਗਾ, ਉਹਦਾ ਸਿਮਰਨ ਕਰੇਂਗਾ। ਉਕਤ ਸਿਆਣਪ ਸਗਲੀ ਸਿਆੜ, ਵਾਹਿਗੁਰੂ। ਉਕਤ ਸਿਆਣਪ ਸਗਲੀ ਤਿਆਗ, ਸੰਤ ਜਨਾਂ ਕੀ ਚਰਣੀ ਲਾਗ। ਉਕਤ ਸਿਆਣਪ ਜਿਹੜੀ ਹੋਰ ਜੁਗਤੀਆਂ ਦਲੀਲਾਂ ਜਿਹੜੀਆਂ ਲੈ ਕੇ ਬੈਠਾ ਨਾ, ਇਹ ਸਾਰੀਆਂ ਛੱਡ ਦੇ, ਕਿਉਂਕਿ ਆਮ ਅਸੀਂ ਅੱਜ ਕੱਲ ਦੇ ਸਮੇਂ ਵਿੱਚ ਹੋਰਨਾਂ ਤਰੀਕਿਆਂ ਦੇ ਨਾਲ ਜਿਹੜਾ ਪ੍ਰਮਾਤਮਾ ਨੂੰ ਲੱਭਣ ਦੀ, ਪ੍ਰਮਾਤਮਾ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਮਨ ਵਿੱਚ ਸੋਚਦੇ ਹਾਂ ਭਾਈ ਪ੍ਰਮਾਤਮਾ ਇਸੇ ਤਰ੍ਹਾਂ ਮਿਲ ਜਾਣਾ, ਭਾਈ ਬਾਣੀ ਪੜ੍ਹਨ ਦੀ ਕੀ ਜ਼ਰੂਰਤ ਹੈ, ਅੰਮ੍ਰਿਤ ਛਕਣ ਦੀ ਕੀ ਜ਼ਰੂਰਤ ਹੈ। ਇਹ ਸਾਡੀਆਂ ਆਪਣੀਆਂ ਸਿਆਣਪਾਂ ਨੇ। ਗੁਰੂ ਸਾਹਿਬ ਦਾ ਜਿਹੜਾ ਹੁਕਮ ਹੈ ਨਾ, ਉਹ ਨਹੀਂ ਅਸੀਂ ਮੰਨਦੇ। ਜੋ ਗੁਰੂ ਕਹਿ ਰਿਹਾ, ਜੋ ਸਾਡੇ ਮਨ ਦੀ ਮਰਜ਼ੀ ਹੈ, ਉਹ ਅਸੀਂ ਕਰ ਰਹੇ ਹਾਂ ਕਿ ਭਾਈ ਵੇਖੋ ਬਾਣੀ ਪੜ੍ਹਨ ਦੀ ਕੀ ਜ਼ਰੂਰਤ ਹੈ, ਅੰਮ੍ਰਿਤ ਛਕਣ ਦੀ ਕੀ ਜ਼ਰੂਰਤ ਹੈ, ਸਾਡੇ ਅੰਦਰ ਹੀ ਅੰਮ੍ਰਿਤ ਹੈ। ਗੁਰੂ ਸਾਹਿਬ ਕਹਿੰਦੇ ਇਹ ਸਾਰੀਆਂ ਜਿਹੜੀਆਂ ਸਿਆਣਪਾਂ ਨਾ ਜਿਹੜੀਆਂ ਤੇਰੀਆਂ, ਇਹਨਾਂ ਨੂੰ ਤਿਆਗ ਦੇ ਸਭ ਤੋਂ ਪਹਿਲਾਂ, ਕਿ ਮੈਂ ਕੁਛ ਕਰ ਰਿਹਾ। ਤੇ ਫਿਰ ਤਿਆਗਣ ਤੋਂ ਬਾਅਦ ਸੰਤ ਜਨਾਂ ਕੀ ਚਰਣੀ ਲਾਗ। ਇੱਥੇ ਜੋ ਭਾਈ ਵਾਹਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਸੰਤ ਜਨਾਂ ਕੀ ਚਰਣੀ ਲਾਗ ਭਾਵ ਸੰਤ ਸ਼ਬਦ ਜਿਹੜਾ ਗੁਰਮੁਖਾਂ ਵਾਸਤੇ ਵਰਤਿਆ ਗਿਆ। ਕਈ ਥਾਵਾਂ ਤੇ ਸੰਤ ਸ਼ਬਦ ਜਿਹੜਾ ਵਾ ਉਹ ਗੁਰੂ ਪ੍ਰਥਾਏ ਵੀ ਵਰਤਿਆ ਗਿਆ, ਕਿਤੇ ਪ੍ਰਮਾਤਮਾ ਪ੍ਰਥਾਏ ਵੀ ਵਰਤਿਆ ਗਿਆ। ਇੱਥੇ ਜਿਹੜਾ ਸੰਤ ਸ਼ਬਦ ਹੈ, ਨੇਕ ਪੁਰਸ਼ ਜਿਹੜਾ ਭਲਾ ਪੁਰਸ਼ ਹੈ, ਉਹਨਾਂ ਵਾਸਤੇ ਵਰਤਿਆ ਗਿਆ ਕਿ ਭਾਈ
ਤੂੰ ਉਹਨਾਂ ਭਲੇ ਪੁਰਸ਼ਾਂ ਦੀ, ਸੰਤ ਜਨਾਂ ਦੀ ਸੰਗਤ ਕਰ, ਉਹਨਾਂ ਦੇ ਚਰਨਾਂ ਵਿੱਚ ਜਾ ਕੇ ਬੈਠ, ਜਿਹੜੇ ਭਲੇ ਪੁਰਸ਼ ਨੇ। ਤੇ ਪਰ ਬੈਠਣਾ ਉਦੋਂ ਹੈ ਜਦੋਂ ਤੇਰੇ ਅੰਦਰੋਂ ਅਹੰਕਾਰ ਮਿਟ ਜਾਏ। ਉਹ ਸਾਰੀਆਂ ਸਿਆਣਪਾਂ ਜਿਹੜੀਆਂ ਨੇ ਉਹਨਾਂ ਨੂੰ, ਜਿਹੜਾ ਦਲੀਲਾਂ ਜਿਹੜੀਆਂ ਨੇ, ਉਹ ਸਾਰੀਆਂ ਦਲੀਲਾਂ ਨੂੰ ਛੱਡ ਕੇ ਤੇ ਫਿਰ ਸੰਤ ਜਨਾਂ ਦੀ ਚਰਨਾਂ ਵਿੱਚ ਜਾ ਕੇ ਬੈਠ ਜਾ, ਤੇ ਤੈਨੂੰ ਜਿਹੜਾ ਵਾ ਉਹ ਪਰਮਾਤਮਾ ਦੀ ਦਰਗਾਹ ਵਿੱਚ ਮਾਣ ਪਵੇਗਾ, ਮਿਲੇਗਾ। ਸਰਬ ਜੀ ਹੈ ਜਾ ਕੈ ਹਾਥ, ਕਦੇ ਨਾ ਵਿਛੜੈ ਸਭ ਕੈ ਸਾਥ। ਉਪਾਵ ਛੋੜ ਗਹੋ ਤਿਸ ਕੀ ਓਟ, ਨਿਮਖ ਮਾਹੇ ਹੋਵੈ ਤੇਰੀ ਛੋਟ। ਹੁਣ ਇੱਥੇ ਧਿਆਨ ਨਾਲ ਇੱਕ ਇੱਕ ਪੰਕਤੀ ਜਿਹੜੀ ਹੈ ਨਾ, ਪੂਰਾ ਬੰਦ ਸਤਿਗੁਰੂ ਨੇ ਬੜੀ ਵਧੀਆ ਉਦਾਹਰਨਾਂ ਦਿੱਤੀਆਂ ਨੇ। ਇਹ ਦੂਸਰੀ ਬੰਦ ਵਿੱਚ ਸਤਿਗੁਰੂ ਜੀ ਨੇ ਦਰਗਾਹ ਵਿੱਚ ਮਾਣ ਪਾਉਣ ਦੀ ਗੱਲ ਕੀਤੀ ਹੈ। ਤੇ ਹੁਣ ਦੂਜੀ ਇਸ ਤੀਸਰੇ ਪਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਉਹ ਸਾਰਿਆਂ ਦੇ ਵਿੱਚ ਵਸ ਰਿਹਾ ਤੇ ਕਿਸੇ ਦਾ ਉਹ ਸਾਥ ਛੱਡਦਾ ਨਹੀਂ। ਇਸ ਕਰਕੇ ਭਾਈ ਸਰਬ ਜੀ ਹੈ ਜਾ ਕੇ ਹਾਥ, ਜਿਹਦੇ ਹੱਥ ਵਿੱਚ ਸਾਰੇ ਜੀਵ ਜੰਤ ਹਨ, ਜਿਹਨੇ ਪੈਦਾ ਕੀਤਾ, ਉਹ ਸਾਰੇ ਜੀਵ ਜਨਤਾ ਨੂੰ ਪੈਦਾ ਕਰ ਰਿਹਾ ਹੈ, ਉਹ ਕਦੇ ਵੀ ਵਿਛੜਦਾ ਨਹੀਂ, ਦੂਰ ਨਹੀਂ ਹੁੰਦਾ, ਸਭ ਦੇ ਵਿੱਚ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਅਸੀਂ ਪੜ੍ਹਦੇ ਹਾਂ ਨਾ, ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਹੇ ਭਾਈ, ਸਾਰੇ ਜੀਵ ਜੰਤੂ ਉਸ ਪਰਮਾਤਮਾ ਦੇ ਵਸ ਵਿੱਚ ਨੇ, ਤੇ ਉਹ ਪ੍ਰਭੂ ਪਰਮਾਤਮਾ ਕਦੇ ਵੀ ਜੀਵਾਂ ਤੋਂ ਵੱਖ ਨਹੀਂ, ਸਦਾ ਜੀਵਾਂ ਦੇ ਵਿੱਚ ਹੀ ਰਹਿੰਦਾ ਹੈ। ਉਪਾਵ ਛੋੜ ਗਹੋ ਤਿਸ ਕੀ ਓਟ। ਹੁਣ ਜਿਹੜੇ ਤੂੰ ਉਪਾਵ ਕਰਦਾ ਨਾ, ਭਾਵ ਆਪਣੀਆਂ ਜੁਗਤੀਆਂ ਦੇ ਨਾਲ, ਜਿਹੜੀਆਂ ਜੁਗਤੀਆਂ ਤੂੰ ਸਮਝਦਾ ਹੈ ਕਿ ਮੈਂ ਯਤਨ ਕਰਕੇ ਕਿਸੇ ਤਰੀਕੇ ਦੇ ਨਾਲ, ਜਾਂ ਜੰਗਲਾਂ ਵਿੱਚ ਯਤਨ ਕਰਨ ਹੀ ਜਾਂਦੇ ਆ, ਜੰਗਲਾਂ ਵਿੱਚ, ਪਹਾੜਾਂ ਵਿੱਚ, ਗੁਫਾਵਾਂ ਵਿੱਚ। ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਇਹ ਸਾਰੇ ਜਿਹੜੇ ਉਪਾਵ ਨੇ, ਇਹਨਾਂ ਨੂੰ ਛੱਡ ਕੇ ਤੇ ਉਹਦੀ ਓਟ, ਉਹਦੀ ਸ਼ਰਨ ਵਿੱਚ ਚਲਾ ਜਾ। ਤੇ ਫਿਰ ਉਹਦੀ ਸ਼ਰਨ ਵਿੱਚ ਗਿਆ ਹੋਵੇਗਾ ਕਿ ਨਿਮਖ ਮਾਹੇ ਹੋਵੈ ਤੇਰੀ ਛੋਟ। ਇੱਕ ਖਿੰਨ ਵਿੱਚ ਜਿਹੜੀ ਤੇਰੀ ਬੰਧਨ ਜਿਹੜੇ ਪਏ ਆ ਨਾ ਤੈਨੂੰ, ਉਹ ਸਾਰੇ ਬੰਧਨ, ਉਹਨਾਂ ਬੰਧਨਾਂ ਤੋਂ ਤੇਰੀ ਖਲਾਸੀ ਹੋ ਜਾਵੇਗੀ। ਛੋਟ ਮਤਲਬ ਖਲਾਸੀ ਹੋ ਜਾਵੇਗੀ, ਤੈਨੂੰ ਛੋਟ ਮਿਲ ਜਾਵੇਗੀ। ਇੱਕ ਅੱਖ ਝਮਕਣ ਦੇ ਸਮੇਂ ਜਿੰਨਾ, ਇੰਨਾ ਸਮਾਂ ਲੱਗਦਾ ਜੇ ਤੂੰ ਉਸ ਪਰਮਾਤਮਾ ਦੇ ਆਸਰੇ ਵਿੱਚ, ਉਹਦੀ ਓਟ ਵਿੱਚ, ਉਹਦੀ ਸ਼ਰਨ ਵਿੱਚ ਚਲਾ ਜਾਵੇਂ। ਸਤਿਗੁਰੂ ਜੀ ਅਖੀਰਲੇ ਪਦੇ ਵਿੱਚ ਬਖਸ਼ਿਸ਼ ਕਰਦੇ ਨੇ, ਸਦਾ ਨਿਕਟ ਕਰ ਤਿਸ ਨੂੰ ਜਾਣ, ਪ੍ਰਭ ਕੀ ਆਗਿਆ ਸਤ ਕਰ ਮਾਨ। ਗੁਰ ਕੈ ਬਚਨ ਮਿਟਾਵੋ ਆਪ, ਹਰ ਹਰ ਨਾਮ ਨਾਨਕ ਜਪ ਜਾਪ। ਗੁਰੂ ਸਾਹਿਬ ਇਸ ਅਖੀਰਲੇ ਪਦੇ ਵਿੱਚ ਬਖਸ਼ਿਸ਼ ਕਰਦੇ ਨੇ, ਜਿਸ ਤਰ੍ਹਾਂ ਪਹਿਲਿਆਂ ਪਦਿਆਂ ਵਿੱਚ ਅਸੀਂ ਵਿਚਾਰਿਆ ਕਿ ਇਹ ਭਾਈ, ਜਿਸ ਤਰ੍ਹਾਂ ਉਹ ਪਰਮਾਤਮਾ ਆਪਣੀ ਦਰਗਾਹ ਵਿੱਚ ਇੱਜ਼ਤ ਦਿੰਦਾ ਹੈ, ਉਹ ਸਾਡੇ ਤੋਂ ਕਦੇ ਵੱਖ ਨਹੀਂ। ਇਸ ਲਈ ਹੇ ਭਾਈ, ਉਸ ਪਰਮਾਤਮਾ ਦੀ ਆਗਿਆ ਨੂੰ ਸਦਾ ਮੰਨਣਾ ਚਾਹੀਦਾ। ਕਿਉਂਕਿ ਉਹ ਪਰਮਾਤਮਾ ਸਦਾ ਸਾਡੇ ਕੋਲ ਹੈ। ਇਸ ਲਈ ਇਹ ਜਾਣ ਲੈ ਕਿ ਉਹ ਪਰਮਾਤਮਾ ਸਦਾ ਸਾਡੇ ਕੋਲ ਹੈ। ਸਦਾ ਨਿਕਟ ਕਰ ਤਿਸ ਨੂੰ ਜਾਣ, ਕਿਹਨੂੰ? ਪਰਮਾਤਮਾ ਨੂੰ। ਪਰਮਾਤਮਾ ਨੂੰ ਸਦਾ ਆਪਣੇ ਕੋਲ ਸਮਝ, ਕਿਉਂਕਿ ਉਹ ਸਦਾ ਅੰਗ ਸੰਗੀ ਅਭੰਗੰ ਵਿਭੂਤੇ, ਉਹ ਸਦਾ ਸਾਡੇ ਕੋਲ ਹੈ, ਸਦਾ ਹੀ ਸਾਡੇ ਨੇੜੇ ਵੱਸਦਾ ਹੈ, ਸਾਡੇ ਅੰਦਰ ਵੱਸਦਾ ਹੈ। ਤੇ ਇਹ ਸਮਝ ਕੇ ਰੱਬ ਕੀ ਆਗਿਆ ਸਤ ਕਰ ਮਾਨ, ਤੇ ਜੋ ਪਰਮਾਤਮਾ ਦੀ ਰਜਾ ਹੈ, ਆਗਿਆ ਭਾਵ ਉਹਦਾ ਜੋ ਹੁਕਮ ਹੈ, ਰਜਾ ਹੈ, ਉਹਨੂੰ ਸਤ ਕਰਕੇ ਮੰਨਣਾ ਕਰ, ਭਾਵ ਅਟਲ,
ਉਹ ਪ੍ਰਮਾਤਮਾ ਜਿਹਨੇ ਪੈਦਾ ਕੀਤਾ ਹੈ ਉਹਨੇ ਮੌਤ ਵੀ ਦੇਣੀ ਹੈ। ਜਿਹੜਾ ਰਿਜ਼ਕ ਦੇ ਰਿਹਾ ਉਹ ਖੋ ਵੀ ਸਕਦਾ ਹੈ। ਭਾਈ ਇਹ ਉਹਦਾ ਹੁਕਮ ਹੈ, ਉਹ ਉਹਦੀ ਰਜਾ ਹੈ ਤੇ ਉਸ ਰਜਾ ਵਿੱਚ ਆਗਿਆ, ਉਹਦੀ ਰਜਾ ਜਿਹੜੀ ਹੈ ਉਹਦੀ ਰਜਾ ਦੇ ਵਿੱਚ ਸਦਾ ਮੰਨ ਕੇ ਚੱਲ ਕਿ ਉਹ ਪ੍ਰਮਾਤਮਾ ਜੋ ਕਰ ਰਿਹਾ ਹੈ ਉਹ ਸਹੀ ਹੈ ਤੇ ਇਹ ਜਾਣ ਲੈ ਕਿ ਉਹ ਸਦਾ ਮੇਰੇ ਕੋਲ ਹੈ। ਇਹ ਜੋ ਕੁਝ ਵੀ ਹੋ ਰਿਹਾ ਇਹ ਉਹਦੇ ਹੁਕਮ ਵਿੱਚ ਹੀ ਹੈ। ਗੁਰ ਕੈ ਬਚਨ ਮਿਟਾਵੋ ਆਪ। ਤੇ ਇੱਕ ਗੱਲ ਜ਼ਰੂਰ ਹੈ ਕਿ ਜਿਹੜਾ ਆਪਣੀ ਹਉਮੈ ਹੈ, ਆਪਣਾ ਹੰਕਾਰ ਹੈ, ਜੋ ਮੈਂ ਕਰਦਾ ਹੈ, ਇਹ ਮਿਟ ਸਕਦਾ ਹੈ ਪਰ ਇਹ ਗੁਰੂ ਕੇ ਬਚਨਾਂ ਦੇ ਨਾਲ, ਗੁਰਬਾਣੀ ਦੇ ਰਾਹੀਂ। ਇਸ ਲਈ ਗੁਰੂ ਅਰਜਨ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਭਾਈ, ਗੁਰੂ ਦੇ ਬਚਨ ਵਿੱਚ ਜੁੜ ਕੇ ਆਪਣੇ ਅੰਦਰ ਨੂੰ ਆਪਾ ਭਾਵ ਜਿਹੜਾ ਹੈ ਇਹਨੂੰ ਦੂਰ ਕਰ ਦੇ, ਮਿਟਾ ਦੇ, ਖਤਮ ਕਰ ਦੇ ਕਿ ਮੈਂ ਹੈ ਕੁਛ, ਬਸ ਉਹੀ ਪ੍ਰਮਾਤਮਾ ਹੈ, ਤੂੰ ਹੀ ਦੀ ਰੱਟ ਲਾ ਕੇ ਸਦਾ ਉਸਨੂੰ ਜਪ ਕੇ ਪ੍ਰਮਾਤਮਾ ਤੂੰ ਹੀ ਹੈ, ਮੇਰਾ ਕੁਛ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਤਾਂ ਅਖੀਰ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਹਰ ਹਰ ਨਾਮ ਨਾਨਕ ਜਪ ਜਾਪ। ਜਪਣਾ ਕੀ ਹੈ? ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਸਦਾ ਪ੍ਰਮਾਤਮਾ ਦਾ ਨਾਮ। ਜਿਹੜੇ ਪ੍ਰਮਾਤਮਾ ਦੇ ਗੁਣ ਨੇ ਨਾ, ਉਹਨਾਂ ਗੁਣਾਂ ਨੂੰ ਯਾਦ ਕਰਨਾ। ਉਹ ਨਿਰੰਕਾਰ ਹੈ, ਉਹ ਨਿਰਭਉ ਹੈ, ਨਿਰਵੈਰ ਹੈ। ਇਹ ਸਭ ਕੁਝ ਜਿਹੜਾ ਇਹ ਯਾਦ ਕਰਨਾ ਹੈ। ਸਤਿਗੁਰੂ ਜੀ ਇਸ ਸ਼ਬਦ ਦੇ ਰਾਹੀਂ ਇਹ ਸਾਨੂੰ ਸਮਝਾਉਂਦੇ ਹਨ। ਸੋ ਗੁਰੂ ਰਹਿਮਤ ਕਰਨ ਸਾਨੂੰ ਸਮਝ ਆ ਜਾਵੇ ਤੇ ਅਸੀਂ ਵੀ ਗੁਰੂ ਚਰਨਾਂ ਵਿੱਚ ਜੁੜ ਕੇ ਸਦਾ ਪ੍ਰਮਾਤਮਾ ਦਾ ਆਸਰਾ ਤੱਕ ਕੇ ਉਹਨੂੰ ਸਿਮਰੀਏ। ਅਗਲਾ ਸ਼ਬਦ ਹੈ ਜੀ, ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਹੁਣ ਅਗਲਾ ਸ਼ਬਦ ਤੁਹਾਨੂੰ ਇਹ ਵੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਤੇ ਗੁਰੂ ਸਾਹਿਬ ਇਸ ਸ਼ਬਦ ਦੇ ਰਾਹੀਂ ਬਖਸ਼ਿਸ਼ ਕਰਦੇ ਨੇ। ਵਾਹਿਗੁਰੂ। ਗੁਰ ਕਾ ਬਚਨ ਸਦਾ ਅਬਿਨਾਸੀ, ਗੁਰ ਕੈ ਬਚਨ ਕਟੀ ਜਮ ਫਾਸੀ। ਗੁਰ ਕਾ ਬਚਨ ਜੀ ਕੈ ਸੰਗ, ਗੁਰ ਕੈ ਬਚਨ ਰਚੈ ਰਾਮ ਕੈ ਰੰਗ। ਪਹਿਲਾ ਪਦਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਇਸ ਸ਼ਬਦ ਦੇ ਰਾਹੀਂ ਬਖਸ਼ਿਸ਼ ਕਰਦੇ ਨੇ। ਜਿਹੜਾ ਗੁਰੂ ਦਾ ਬਚਨ ਹੈ ਨਾ, ਉਹ ਕਦੇ ਵੀ ਬਿਨਸਦਾ ਨਹੀਂ। ਗੁਰ ਕਾ ਬਚਨ ਸਦਾ ਅਬਿਨਾਸੀ। ਅਬਿਨਾਸੀ ਭਾਵ ਨਾ ਨਾਸ ਹੋਣ ਵਾਲਾ, ਜਿਹੜਾ ਕਦੇ ਖਤਮ ਨਹੀਂ ਹੁੰਦਾ। ਗੁਰੂ ਅਰਜਨ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਕਿ ਗੁਰੂ ਦਾ ਜਿਹੜਾ ਬਚਨ ਹੈ, ਗੁਰੂ ਦਾ ਜਿਹੜਾ ਉਪਦੇਸ਼ ਹੈ, ਉਹ ਆਤਮਿਕ ਜੀਵਨ ਦੇਣ ਵਾਲਾ ਤੇ ਕਦੇ ਵੀ ਖਤਮ ਨਹੀਂ ਹੁੰਦਾ, ਨਾਸ ਨਹੀਂ ਹੁੰਦਾ। ਗੁਰ ਕੈ ਬਚਨ ਕਟੀ ਜਮ ਫਾਸੀ। ਤੇ ਗੁਰੂ ਦੇ ਬਚਨਾਂ ਰਾਹੀਂ, ਗੁਰੂ ਦੇ ਗਿਆਨ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ ਇਹ ਭਾਈ ਜਮਾਂ ਦੀ ਜਿਹੜੀ ਫਾਹੀ ਹੈ ਉਹ ਕੱਟੀ ਜਾਂਦੀ ਹੈ। ਜਿਸ ਮੋਹ ਵਿੱਚ ਮਨੁੱਖ ਵੱਜ ਕੇ ਗੁਰੂ ਤੋਂ ਦੂਰ ਹੋ ਕੇ ਪ੍ਰਮਾਤਮਾ ਨੂੰ ਨਹੀਂ ਮੰਨਦਾ, ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਮਨੁੱਖ ਗੁਰੂ ਦੇ ਬਚਨਾਂ ਦੇ ਨਾਲ ਜੁੜ ਜਾਏ ਨਾ, ਉਹਦੀ ਫਿਰ ਉਹ ਫਾਹੀ ਜਿਹੜੀ ਹੈ, ਜਿਹਦੇ ਰਾਹੀਂ ਆਤਮਿਕ ਮੌਤ ਤੇ ਮਨੁੱਖ ਮਰਦਾ ਹੈ, ਉਹ ਫਾਹੀ ਖਤਮ ਹੋ ਜਾਂਦੀ ਹੈ, ਕੱਟੀ ਜਾਂਦੀ ਹੈ। ਗੁਰ ਕਾ ਬਚਨ ਜੀ ਕੈ ਸੰਗ। ਜਿਹੜਾ ਗੁਰੂ ਦਾ ਬਚਨ ਹੈ ਸਦਾ ਜਿੰਦ ਦੇ ਨਾਲ ਨਿਭਣ ਵਾਲਾ ਹੈ। ਜੋ ਗੁਰੂ ਨੇ ਆਖਿਆ ਉਹ ਸੱਚਾ ਹੈ, ਜੋ ਗੁਰੂ ਨੇ ਸਮਝਾਇਆ ਉਹ ਅਟੱਲ ਸਚਾਈ ਹੈ, ਜੋ ਗੁਰੂ ਨੇ ਉਪਦੇਸ਼ ਦਿੱਤਾ ਉਹ ਭਾਈ ਸਦਾ ਸਥਿਰ ਹੈ, ਉਹਦੇ ਵਿੱਚ ਇੱਕ ਸ਼ਬਦ ਵੀ ਝੂਠਾ ਨਹੀਂ। ਇਸ ਲਈ ਗੁਰੂ ਅਰਜਨ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਜਿਹੜਾ ਸਦਾ ਸਥਿਰ ਗੁਰੂ ਦਾ ਬਚਨ ਹੈ, ਜਿਹੜਾ ਨਾਸ ਨਹੀਂ ਹੋਣ ਵਾਲਾ,
ਜਿਹਦੇ ਬਚਨਾਂ ਦੇ ਨਾਲ, ਜਿਹਦੇ ਉਪਦੇਸ਼ ਦੇ ਨਾਲ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਭਾਈ ਉਹ ਬਚਨ ਜਿਹੜਾ ਹੈ ਗੁਰੂ ਦਾ, ਜੋ ਉਪਦੇਸ਼ ਹੈ, ਉਹ ਸਦਾ ਮਨੁੱਖ ਦੇ ਨਾਲ ਹੈ। ਗੁਰ ਕਾ ਬਚਨ ਜੀ ਕੈ ਸੰਗ, ਜਿੰਦ ਦੇ ਨਾਲ ਨਿਭਣ ਵਾਲਾ ਹੈ। ਗੁਰ ਕੈ ਬਚਨ ਰਚੈ ਰਾਮ ਕੈ ਰੰਗ। ਗੁਰੂ ਦੇ ਬਚਨਾਂ ਦੇ ਰਾਹੀਂ ਹੀ ਰਾਮ ਭਾਵ ਪਰਮਾਤਮਾ, ਹੁਣ ਇੱਥੇ ਸ਼ਬਦ ਰਾਮ, ਰਹੀਮ, ਕਰੀਮ, ਵੱਖ-ਵੱਖ ਸ਼ਬਦ ਪਰਮਾਤਮਾ ਦੇ ਜਿਹੜੇ ਨਾਂ ਦੇ ਨਾਲ ਆਉਂਦੇ ਨੇ, ਪਰਮਾਤਮਾ ਦੇ ਪਰਥਾਏ ਆਉਂਦੇ ਨੇ। ਇੱਥੇ ਰਾਮ ਸ਼ਬਦ ਵਰਤਿਆ ਪਰਮਾਤਮਾ ਦੇ ਪਰਥਾਏ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਗੁਰੂ ਦੇ ਬਚਨਾਂ ਦੇ ਰਾਹੀਂ, ਗੁਰੂ ਦੇ ਉਪਦੇਸ਼ ਦੇ ਰਾਹੀਂ ਜਿਹੜਾ ਮਨੁੱਖ ਹੈ ਉਹ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਜੁੜਿਆ ਰਹਿੰਦਾ ਹੈ। ਜਦੋਂ ਗੁਰੂ ਦੇ ਨਾਮ ਨੂੰ ਜਪਦਾ ਹੈ, ਹੁਣ ਇੱਥੇ ਵੀ ਅਸੀਂ ਗੁਰੂ ਦੇ ਬਚਨ ਹੀ ਹੈ ਤੇ ਗੁਰੂ ਦੇ ਬਚਨਾਂ ਦੇ ਰਾਹੀਂ ਸਾਨੂੰ ਉਪਦੇਸ਼ ਕੀ ਹੋ ਰਿਹਾ ਕਿ ਪਰਮਾਤਮਾ ਦਾ ਨਾਮ ਜਪੋ, ਪਰਮਾਤਮਾ ਦੀ ਬੰਦਗੀ ਕਰੋ। ਤੋ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਕਿ ਗੁਰ ਕੈ ਬਚਨ ਰਚੈ ਰਾਮ ਕੈ ਰੰਗ। ਗੁਰੂ ਦੇ ਬਚਨਾਂ ਦੇ ਰਾਹੀਂ ਹੀ ਮਨੁੱਖ ਪਰਮਾਤਮਾ ਦੇ ਨਾਮ ਰੰਗ ਵਿੱਚ ਰਚਿਆ ਰਹਿੰਦਾ ਹੈ, ਬੱਝਿਆ ਰਹਿੰਦਾ ਹੈ, ਪਰਮਾਤਮਾ ਦੇ ਨਾਮ ਰੰਗ ਵਿੱਚ ਜੁੜਿਆ ਰਹਿੰਦਾ ਹੈ, ਰੰਗਿਆ ਰਹਿੰਦਾ ਹੈ। ਸੋ ਅਗਲਾ ਪਦਾ ਜਿਹੜਾ ਹੈ ਰਹਾਉ ਵਾਲਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਜੋ ਗੁਰ ਦੀਆ ਸੁਮਨ ਕੈ ਕਾਮ, ਸੰਤ ਕਾ ਕੀਆ ਸਤ ਕਰ ਮਾਨ। ਰਹਾਉ, ਜੋ ਗੁਰ ਦੀਆ। ਗੁਰੂ ਅਰਜਨ ਪਾਤਸ਼ਾਹ ਜੀ ਇਸ ਰਹਾਉ ਵਾਲੇ ਪਦੇ ਵਿੱਚ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਗੁਰੂ ਦਾ ਉਪਦੇਸ਼ ਹੈ, ਗੁਰੂ ਨੇ ਉਪਦੇਸ਼ ਦਿੱਤਾ ਨਾ, ਉਹ ਹਰੇਕ ਮਨੁੱਖ ਦੇ ਕੰਮ ਆਉਣ ਵਾਲਾ, ਹਰੇਕ ਮਨ ਦੇ ਕੰਮ ਆਉਣ ਵਾਲਾ ਗੱਲ ਹੈ। ਕਿਉਂਕਿ ਇਹ ਲੋਕ ਵਿੱਚ ਵੀ ਕੰਮ ਆਉਂਦਾ ਹੈ ਤੇ ਪਰਲੋਕ ਵਿੱਚ ਵੀ। ਲੋਕ ਵਿੱਚ ਜੇ ਸਰੀਰ ਦੀ ਗੱਲ ਕਰੀਏ ਤੇ ਲੋਕ ਵਿੱਚ ਸਰੀਰ ਹੈ, ਪਰਲੋਕ ਵਿੱਚ ਸਰੀਰ ਨਹੀਂ ਜਾਂਦਾ, ਸਰੀਰ ਇੱਥੇ ਬਿੰਸ ਜਾਂਦਾ ਹੈ। ਇਸੇ ਕਰਕੇ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਜਿਹੜਾ ਗੁਰੂ ਦਾ ਬਚਨ ਹੈ ਉਹ ਮਨ ਦਾ ਜਿਹੜਾ ਹੈ, ਮਨ ਦੇ ਕੰਮ ਵਿੱਚ ਆਉਣ ਵਾਲਾ ਹੈ। ਮਨ ਨੂੰ ਪਰਮਾਤਮਾ ਦੇ ਨਾਮ ਵਿੱਚ ਲਾ ਦਿੰਦਾ ਹੈ ਤੇ ਲੋਕ ਪਰਲੋਕ ਦੋਵਾਂ ਥਾਵਾਂ ਤੇ, ਦੋਨਾਂ ਜਹਾਨਾਂ ਦੇ ਵਿੱਚ ਕੰਮ ਆਉਂਦਾ ਹੈ। ਤੇ ਨਾਲ ਹੀ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਸੰਤ ਕਾ ਕੀਆ ਸਤ ਕਰ ਮਾਨ। ਹੁਣ ਇੱਥੇ ਫਿਰ ਸ਼ਬਦ ਆਇਆ ਸੰਤ। ਇੱਥੇ ਸੰਤ ਦਾ ਭਾਵ ਹੈ ਗੁਰੂ। ਜੋ ਗੁਰੂ ਬਖਸ਼ਿਸ਼ ਕਰ ਰਿਹਾ ਹੈ ਉਹਨੂੰ ਸਦਾ ਸਤ ਕਰਕੇ ਮੰਨ ਲੈ, ਅਟੱਲ, ਸਦਾ ਕੰਮ ਆਉਣ ਵਾਲਾ ਮੰਨ ਲੈ। ਇਹ ਨਹੀਂ ਕਿ ਗੁਰੂ ਦਾ ਹੁਕਮ ਸੁਣਿਆ ਤੇ ਗੁਰੂ ਦੇ ਹੁਕਮ ਸੁਣਨ ਤੋਂ ਬਾਅਦ ਫਿਰ ਅਸੀਂ ਜਿਹੜਾ ਉਹ ਆਪਣੀ ਮਨਮਰਜ਼ੀ ਕਰਨ ਲੱਗ ਪਏ। ਨਹੀਂ, ਜੋ ਗੁਰੂ ਕਹਿ ਰਿਹਾ ਉਹਨੂੰ ਸਤ ਕਰਕੇ ਮੰਨ ਲੈ। ਜੇ ਸਤ ਕਰਕੇ ਮੰਨ ਲਵੇਂਗਾ ਤੇ ਸਾਰੇ ਲੋਕ ਤੇ ਪਰਲੋਕ ਦੋਨਾਂ ਜਹਾਨਾਂ ਦੇ ਵਿੱਚ ਇਹ ਤੇਰਾ ਮੰਨਿਆ ਹੋਇਆ ਗੁਰੂ ਦਾ ਉਪਦੇਸ਼ ਕੰਮ ਆਵੇਗਾ। ਰਹਾਉ, ਇੱਥੇ ਰਹਾਉ ਦਾ ਭਾਵ ਹੈ ਠਹਿਰਾਓ। ਗੁਰ ਕਾ ਬਚਨ ਅਟਲ ਅਛੇਦ, ਗੁਰ ਕੈ ਬਚਨ ਕਟੇ ਭ੍ਰਮ ਭੇਦ। ਗੁਰ ਕਾ ਬਚਨ ਕਤਹੁ ਨਾ ਜਾਏ, ਗੁਰ ਕੈ ਬਚਨ ਹਰਿ ਕੇ ਗੁਣ ਗਾਏ। ਸਤਿਗੁਰੂ ਜੀ ਇਸ ਪਦੇ ਰਾਹੀਂ, ਦੂਜੇ ਪਦੇ ਰਾਹੀਂ ਬਖਸ਼ਿਸ਼ ਕਰਦੇ ਨੇ ਕਿ ਗੁਰ ਕਾ ਬਚਨ। ਹੁਣ ਕੁਝ ਇਸ ਤਰ੍ਹਾਂ ਵੀ ਇਸ ਸ਼ਬਦ ਨੂੰ ਪੜ੍ਹਦੇ ਨੇ ਅਟਲ, ਕਿਉਂਕਿ ਅਦਕ ਨਹੀਂ ਹੈ, ਤੇ ਕੁਝ ਸੰਪਰਦਾਇ ਅਟਲ ਅਦਕ ਲਾ ਕੇ ਜਿਹੜਾ ਵਾ ਇਹਦੇ ਅਰਥ ਕਰਦੇ ਨੇ। ਅਰਥ ਸੇਮ ਹੀ ਨੇ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਜਿਹੜਾ ਟਾਲਿਆ ਨਹੀਂ ਜਾ ਸਕਦਾ, ਅਟਲ ਦਾ ਭਾਵ ਅਰਥ ਜਿਹੜਾ ਨਾ, ਜਿਹਨੂੰ ਟਾਲਿਆ ਨਹੀਂ ਜਾ ਸਕਦਾ, ਸਦਾ ਹੋ ਕੇ ਰਹੇ। ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਗੁਰ ਕਾ ਬਚਨ ਜਿਹੜਾ ਅਟਲ ਅਛੇਦ। ਅਛੇਦ ਦਾ ਭਾਵ ਅਰਥ ਹੈ ਕੱਟਿਆ ਨਾ ਜਾ ਸਕੇ, ਜਿਸਨੂੰ ਕੋਈ ਤੋੜ ਨਾ ਸਕੇ।
ਅਟਲ ਛੇਦ ਛੇਦਿਆ ਹੋਇਆ, ਜਿੱਦਾਂ ਕਹਿੰਦੇ ਨਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਪਦ ਛੇਦ ਹੈ, ਇਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੜੀਵਾਰ ਹੈ। ਪਦ ਛੇਦ, ਛੇਦ ਕਰ ਦੇਣਾ ਭਾਵ ਉਹਨਾਂ ਨੂੰ ਅਲੱਗ ਅਲੱਗ ਕਰ ਦੇਣਾ। ਅਛੇਦ, ਛੇਦ ਦਾ ਭਾਵ ਹੈ ਛੇਦ ਦੇਣਾ, ਅਲੱਗ ਕਰ ਦੇਣਾ। ਅਛੇਦ ਜਿਹਨੂੰ ਅਲੱਗ ਨਹੀਂ ਕੀਤਾ ਜਾ ਸਕਦਾ, ਤੋੜਿਆ ਨਹੀਂ ਜਾ ਸਕਦਾ। ਗੁਰੂ ਸਾਹਿਬ ਇੱਥੇ ਬਖਸ਼ਿਸ਼ ਕਰਦੇ ਨੇ ਕਿ ਭਾਈ ਗੁਰੂ ਦਾ ਉਪਦੇਸ਼ ਸਦਾ ਮਨੁੱਖ ਦੇ ਆਤਮਿਕ ਜੀਵਨ ਦੇ ਕੰਮ ਆਉਣ ਵਾਲਾ ਹੈ। ਇਹ ਉਪਦੇਸ਼ ਕਦੇ ਸਿੱਝਣ ਵਾਲਾ ਭਾਵ ਪੁਰਾਣਾ ਹੋਣ ਵਾਲਾ ਨਹੀਂ, ਕਦੇ ਟੁੱਟਣ ਵਾਲਾ ਵੀ ਨਹੀਂ, ਨਾ ਇਹਨੂੰ ਕੋਈ ਤੋੜ ਸਕਦਾ, ਨਾ ਕੋਈ ਇਹਨੂੰ ਕੱਟ ਸਕਦਾ, ਤੇ ਨਾ ਹੀ ਇਹ ਕਦੇ ਇਹ ਆ ਕਿ ਇਹ ਗੁਰੂ ਦਾ ਉਪਦੇਸ਼ ਇਹ ਮਿਟ ਸਕਦਾ। ਇਹ ਸਦਾ ਸਥਿਰ ਹੈ। ਗੁਰ ਕੈ ਬਚਨ ਕਟੇ ਭ੍ਰਮ ਭੇਦ, ਗੁਰੂ ਦੇ ਬਚਨਾਂ ਦੇ ਰਾਹੀਂ ਮਨ ਦੇ ਅੰਦਰ ਜਿਹੜੇ ਭਰਮ ਪਏ ਹੋਏ ਹਨ, ਜਿਹੜੀ ਭਟਕਣਾ ਹੈ ਮਨ ਦੇ ਅੰਦਰ ਦੀ, ਜਿਹੜੇ ਅੰਦਰ ਭੇਦ ਭਾਵ ਵਿਤਕਰੇ ਨੇ, ਇਹ ਉੱਚਾ ਇਹ ਨੀਵਾਂ ਹੈ, ਇਹਨੇ ਅੰਮ੍ਰਿਤ ਛਕਿਆ, ਇਹਨੇ ਨਹੀਂ ਛਕਿਆ, ਇਹਨੇ ਫਲਾਣੀ ਸੰਪਰਦਾ ਤੋਂ ਛਕਿਆ, ਇਹਨੇ ਫਲਾਣੀ ਤੋਂ ਛਕਿਆ। ਭਾਈ ਗੁਰੂ ਦਾ ਬਚਨ ਇਹ ਸਿਖਾਉਂਦਾ ਹੈ ਕਿ ਅੰਮ੍ਰਿਤ ਇੱਕੋ ਨਾਮ ਹੈ। ਭਾਈ ਅੰਮ੍ਰਿਤ ਇੱਕੋ ਪ੍ਰਮਾਤਮਾ ਦਾ ਨਾਮ ਹੈ। ਗੁਰੂ ਤੇ ਬਖਸ਼ਿਸ਼ ਕਰਦਾ ਕਿ ਭਾਈ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਹੈ ਨਾ, ਪੀ ਬਹੁ ਪੌਲ ਖੰਡ ਧਾਰ ਹੋਏ ਜਨਮ ਸਹੇਲਾ, ਇਹ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ, ਗੁਰੂ ਸਾਹਿਬ ਦਾ ਬਖਸ਼ਿਸ਼ ਕੀਤਾ ਹੋਇਆ ਅੰਮ੍ਰਿਤ। ਤਿਆਰ ਕਰਨ ਵਾਲਾ ਕੋਈ ਵੀ ਸਰੀਰ ਹੋ ਸਕਦਾ ਪੰਜਾਂ ਪਿਆਰਿਆਂ ਦੇ ਰੂਪ ਵਿੱਚ, ਪਰ ਅੰਮ੍ਰਿਤ ਦੀ ਦਾਤ ਜਿਹੜੀ ਆ ਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ। ਇਹ ਨਹੀਂ ਪਤਾ ਵੀ ਕਿਹਨੇ ਤਿਆਰ ਕੀਤੀ, ਪਰ ਇਹ ਦਾਤ ਗੁਰੂ ਦੀ ਹੈ। ਗੁਰੂ ਸਾਹਿਬ ਇੱਥੇ ਬਖਸ਼ਿਸ਼ ਕਰਦੇ ਨੇ ਕਿ ਭਾਈ ਮਤ ਇਹ ਮਨ ਦੇ ਵਿੱਚ ਭਰਮ ਪਾ ਲੈਣ, ਜਿਹੜਾ ਤੂੰ ਭੇਦ ਪਾ ਲੈਣਾ ਨਾ, ਭਾਵ ਵਿਤਕਰਾ ਕਰਦਾ ਹੈ, ਇਹ ਵਿਤਕਰਾ ਜਿਹੜਾ, ਇਸ ਵਿਤਕਰੇ ਨੂੰ ਛੱਡ ਦੇ ਤੇ ਉਸ ਪਰਮਾਤਮਾ ਦੇ ਗੁਰੂ ਦੇ ਬਚਨਾਂ ਨੂੰ ਕਮਾ, ਕਿਉਂਕਿ ਉਹ ਆਪਣੇ ਉਪਦੇਸ਼ ਦੇ ਰਾਹੀਂ ਮਨੁੱਖ ਦੀ ਭਟਕਣਾ ਤੇ ਮਨੁੱਖ ਦੇ ਵਿਤਕਰੇ ਜਿਹੜੇ ਉਹ ਕੱਟ ਦਿੰਦਾ ਹੈ। ਗੁਰ ਕਾ ਬਚਨ ਕਤਹੁ ਨਾ ਜਾਏ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਗੁਰੂ ਦਾ ਉਪਦੇਸ਼ ਹੈ ਕਤਹੁ ਨਾ ਜਾਏ, ਭਾਵ ਅਰਥ ਵੀ ਉਹ ਕਿਤੇ ਵੀ ਨਹੀਂ ਜਾਂਦਾ, ਭਾਵ ਵਿਅਰਥ ਨਹੀਂ ਜਾਂਦਾ। ਉਹਦਾ ਬਚਨ, ਗੁਰੂ ਦਾ ਕੀਤਾ ਹੋਇਆ ਬਚਨ ਸਦਾ ਸਥਿਰ ਹੈ, ਅਟਲ ਹੈ। ਗੁਰੂ ਦਾ ਬਚਨ ਕਦੇ ਖਾਲੀ ਨਹੀਂ ਜਾਂਦਾ। ਗੁਰੂ ਕਾ ਬਚਨ ਜਿਹੜਾ ਵਾ ਉਹ ਪੂਰਾ ਹੈ ਔਰ ਪੂਰਾ ਹੁੰਦਾ ਹੈ। ਗੁਰ ਕੈ ਬਚਨ ਹਰਿ ਕੇ ਗੁਣ ਗਾਏ, ਤੇ ਉਹਨਾਂ ਗੁਰੂ ਦੇ ਬਚਨਾਂ ਦੇ ਰਾਹੀਂ ਹੀ ਪ੍ਰਮਾਤਮਾ ਦਾ, ਹਰੀ ਦਾ ਨਾਮ ਜਪਿਆ ਜਾ ਸਕਦਾ ਹੈ, ਪ੍ਰਮਾਤਮਾ ਦਾ ਜਸ ਕੀਤਾ ਜਾ ਸਕਦਾ ਹੈ, ਪ੍ਰਮਾਤਮਾ ਦੇ ਗੁਣਾਂ ਨੂੰ ਗਾਇਆ ਜਾ ਸਕਦਾ। ਇਸ ਕਰਕੇ ਭਾਈ ਗੁਰੂ ਦੇ ਉਪਦੇਸ਼ ਨੂੰ ਕਮਾ, ਗੁਰੂ ਦੇ ਉਪਦੇਸ਼ ਨੂੰ ਧਾਰਨ ਕਰ। ਗੁਰ ਕਾ ਬਚਨ ਜੀ ਕੈ ਸਾਥ, ਗੁਰ ਕਾ ਬਚਨ ਅਨਾਥ ਕੋ ਨਾਥ, ਗੁਰ ਕੈ ਬਚਨ ਨਰਕ ਨਾ ਪਵੈ, ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ। ਇਹ ਤੀਸਰਾ ਪਦਾ ਜੀ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ ਇਸ ਤੀਸਰੇ ਪਦੇ ਦੇ ਵਿੱਚ ਕਿ ਗੁਰ ਕਾ ਬਚਨ ਜੀ ਕੈ ਸਾਥ। ਜੀ ਦਾ ਭਾਵ ਅਰਥ ਹੈ ਜਿੰਦ, ਆਤਮਾ। ਜਿਹੜਾ ਗੁਰੂ ਦਾ ਉਪਦੇਸ਼ ਹੈ ਉਹ ਸਦਾ ਜਿੰਦ ਦੇ ਨਾਲ ਨਿਭਦਾ ਹੈ, ਸਰੀਰ ਦੇ ਨਾਲ ਨਹੀਂ। ਸਰੀਰ ਬਿੰਸ ਜਾਂਦਾ ਹੈ, ਮਿੱਟੀ ਹੋ ਜਾਂਦਾ ਹੈ, ਪਰ ਜਿਹੜੀ ਜਿੰਦ ਹੈ, ਜੀ ਹੈ ਅੰਦਰ, ਉਹ ਜਿੰਦ ਜਿਹੜੀ ਹੈ ਉਹਦੇ ਨਾਲ ਸਦਾ ਗੁਰੂ ਦਾ ਉਪਦੇਸ਼ ਨਿਭਦਾ ਹੈ। ਗੁਰ ਕਾ ਬਚਨ ਅਨਾਥ ਕੋ ਨਾਥ। ਹੁਣ ਜਿਹੜਾ ਬਿਨਾਂ ਆਸਰੇ ਤੋਂ ਆ, ਖਸਮ ਤੋਂ ਬਗੈਰ ਹੈ, ਜਿਹਨੂੰ ਕਹਿ ਦਿੰਦੇ ਇਹ ਅਨਾਥ ਹੈ ਭਾਈ। ਤੇ ਜਿਹੜਾ ਮਨੁੱਖ ਗੁਰੂ ਦੇ ਬਚਨ ਨੂੰ ਕਮਾ ਲੈਂਦਾ, ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਮਨੁੱਖ ਨੂੰ, ਉਸ ਜਿੰਦ ਨੂੰ ਸਤਿਗੁਰੂ ਸਹਾਰਾ ਦਿੰਦਾ ਹੈ ਤੇ ਉਸ ਅਨਾਥ ਜਿੰਦ ਨੂੰ ਖਸਮ ਵਾਲਾ, ਨਾਥ ਦਾ ਭਾਵ ਹੈ ਖਸਮ, ਉਸ ਅਨਾਥ ਜਿੰਦ ਨੂੰ ਖਸਮ ਵਾਲਾ, ਨਾਥ ਵਾਲਾ ਬਣਾ ਦਿੰਦਾ ਹੈ। ਪਰ ਕਿੱਦਾਂ? ਗੁਰੂ ਦੇ ਉਪਦੇਸ਼ ਰਾਹੀਂ। ਗੁਰ ਕੈ
सतगुरु जी बख्शिश करते हैं कि गुर का बचन अनाथ को नाथ। जिहड़ा अनाथ सी ਉਹਨੂੰ सतगुरु अपने बचना के राही उपदेश के राही खसम वाला बना दिंदा है, नाथ वाला बना दिंदा है। गुर कै बचन नरक ना पवै। गुरु के बचना राही मनुख नरक विच नहीं जाता। गुर कै बचन रसना अमृत रवै। ते फिर गुरु के बचना द्वारा ही मनुख जिहड़ा वा उहदी बरकत सदका ही अपनी जीव दे नाल आत्मक जीवन देण वाला जिहड़ा परमात्मा का नाम रूपी रस है अमृत, जिहड़ा जमन मरत तो मेट दिंदा है, वो नाम जिहड़ा है नाम रूपी रस जिहड़ा है वो फिर उस जबान दे उत्ते वस जांदा है ते वो उस अमृत दे राही आत्मिक आनंद माणदा है जी। गुर का बचन प्रगट संसार, गुर कै बचन ना आवे हार। जिस जन होए आप किरपाल, नानक सतगुर सदा दयाल। गुरु साहब इस अखीरले पदे दे राही इस शब्द दे बख्शिश कर रहे हैं कि गुर का बचन प्रगट संसार। गुरु का बचन जदों मन विच हिरदे विच वस जाता है तो उस मनुख नूं संसार विच गुरु अपने उपदेश के राही प्रसिद्ध कर दिंदा है। कई बार असीं वेख्या होवेगा जिहड़ा नाम बंदगी करदा आखदे हां कि भला पुरश है, ये गुरु वाला है, भाई गुरु गुरु जपदा है, इहने नाम की दात प्राप्त की, इहदे अंदर नाम वसिया है। गुरु अर्जन पातशाह जी भी इत्थे मोहर आ रहे हैं कि गुर का बचन प्रगट संसार, जिहदे अंदर गुरु का बचन वस जाता उस संसार विच फिर प्रगट हो जाता। लोग उन्होंने वाह 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 आखते हैं। गुर कै बचन न आवै हार। ते गुरु अर्जन पातशाह जी इत्थे बख्शिश करते हैं कि भाई जिहड़ा मनुख गुरु के उपदेश की बरकत नाल भाव गुरु के उपदेश नूं वसा लैंदा है, वो गुरु के उपदेश की बरकत नाल जीवन बाजी कदे भी हारदा नहीं, वो जित के जाता है। ਉਹਨੂੰ कदे हार का मूँह नहीं वेखना पैंदा। संसार विच अत दी गरीबी होवे, गल विच पाटे कपड़े होण, पर जिस दिन वो दरगाह विच इस शरीर नूं छड्ड के जांदा, फिर उस दरगाह विच उहदी कदे हार नहीं हुंदी, वो जित्तिया होया जांदा। जिस जन होए आप किरपाल। गुरु साहब बख्शिश करते हैं कि जिस मनुख उत्ते परमात्मा मेहरबान हुंदा है, नानक सतगुर सदा दयाल। भाई उस उत्ते सच्चे गुरु की हमेशा ही दया रहिंदी है, दयालता रहिंदी है, सदा ही सतगुरु उहदे उत्ते रहमत करदा है, जिहदे उत्ते वो आप किरपा करदा है, जिहदे उत्ते आप उतर उठ जांदा है। सो इस शब्द दे विच भी सतगुरु जी ने सतगुरु की वडियाई कीती है, गुरु की वडियाई कीती है कि गुरु का बचन कमाना चाहिए है। गुरु साहब अगले शब्द विच बख्शिश करते हैं, गौड़ी गोरैरी महला पंजवां। जिन कीता माटी ते रतन, गर्भ मह राखिया जिन कर जतन। जिन दीनी शोभा वडियाई, तिस प्रभ कौ आठ पहर ध्याई। गुरु अर्जन पातशाह जी बख्शिश करते हैं कि जिस परमात्मा ने तेनों मिट्टी तो रतन भाव हीरा, मिट्टी तो तेनों हीरा बना दिता, गर्भ मैं राखिया जिन कर जतन, जिन्हें तेनों मां दे गर्भ विच मां दे पेट विच जतन करके ते तेरी रखिया कीती, भाव तेनों पनाह दिती। जठर अग्नि विच जिथे अग ही अग है, उस अग दे विच भी परमात्मा ने अपना सहारा दे के तेनों रखिया। जिन दीनी शोभा वडियाई, जिस
ਨੇ ਤੈਨੂੰ ਇਸ ਜਗਤ ਵਿੱਚ ਵਡਿਆਈ ਬਖਸ਼ੀ ਹੈ, ਸੋਭਾ ਬਖਸ਼ੀ ਹੈ। ਤਿਸ ਪ੍ਰਭ ਕਉ ਆਠ ਪਹਿਰ ਧਿਆਈ। ਹੁਣ ਇੱਥੇ ਕਈ ਟੀਕਾਕਾਰ ਬਿੰਦੀ ਲਾ ਕੇ ਧਿਆਈ ਪੜ੍ਹਦੇ ਹਨ। ਸੰਪੂਰਨ ਪਾਠ ਵੈਸੇ ਧਿਆਈ ਹੈ, ਪਰ ਅਰਥ ਕਰੀਏ ਤੇ ਧਿਆਈ। ਗੁਰੂ ਸਾਹਿਬ ਇੱਥੇ ਬਖਸ਼ਿਸ਼ ਕਰਦੇ ਨੇ, ਆਖਦੇ ਨੇ ਕਿ ਹੇ ਭਾਈ, ਜਿਨੇ ਤੇਰੇ ਸਰੀਰ ਨੂੰ ਸੋਹਣੀ ਬਣਤਰ ਬਣਾ ਕੇ, ਭਾਵ ਰਕਤ ਤੇ ਬਿੰਦ ਦੇ ਕਰਕੇ, ਦੋਨਾਂ ਦਾ ਸੁਮੇਲ ਕਰਕੇ ਤੇ ਸੋਹਣਾ ਹੀਰਿਆਂ ਵਰਗਾ ਤੈਨੂੰ ਸਰੀਰ ਬਖਸ਼ਿਸ਼ ਕੀਤਾ। ਮਿੱਟੀ ਤੋਂ ਹੀਰਾ ਬਣਾ ਦਿੱਤਾ, ਸੋਹਣਾ ਸਰੀਰ ਦੇ ਦਿੱਤਾ। ਫਿਰ ਮਾਂ ਦੇ ਗਰਭ ਵਿੱਚ ਜਦੋਂ ਇਸ ਸਰੀਰ ਨੂੰ ਪਾਇਆ, ਉੱਥੇ ਜਠਰ ਅਗਨੀ ਦੇ ਵਿੱਚੋਂ ਵੀ ਤੈਨੂੰ ਆਪਣੇ ਯਤਨ ਦੇ ਰਾਹੀਂ ਬਚਾਇਆ। ਫਿਰ ਜਗਤ ਵਿੱਚ ਆਇਆ, ਇੱਥੇ ਤੈਨੂੰ ਵਡਿਆਈ ਦਿੱਤੀ, ਸੋਭਾ ਦਿੱਤੀ। ਲੋਕ ਤੈਨੂੰ ਆਦਰ ਸਤਿਕਾਰ ਨਾਲ ਤੇਰਾ ਨਾਂ ਲੈ ਕੇ ਬੁਲਾਉਂਦੇ ਨੇ। ਇਹ ਭਾਈ, ਜਿਹਨੇ ਸਭ ਕੁਝ ਕੀਤਾ, ਉਸ ਪ੍ਰਭੂ ਨੂੰ ਅੱਠੇ ਪੈਰ, 4 ਪੈਰ ਦਿਨ ਦੇ ਤੇ 4 ਪੈਰ ਰਾਤ ਦੇ, ਅੱਠੇ ਪੈਰ ਉਹਦੀ ਬੰਦਗੀ ਕਰ, ਉਹਨੂੰ ਧਿਆ, ਉਹਦਾ ਨਾਮ ਜਪ। ਰਮਈਆ ਰੇਨ ਸਾਧ ਜਨ ਪਾਵੋ, ਗੁਰ ਮਿਲ ਆਪਣਾ ਖਸਮ ਧਿਆਵੋ। ਇਹ ਰਹਾਉ ਵਾਲਾ ਪਦਾ ਹੈ। ਤੇ ਗੁਰੂ ਅਰਜਨ ਪਾਤਸ਼ਾਹ ਜੀ ਇਸ ਰਹਾਉ ਵਾਲੇ ਪਦੇ ਵਿੱਚ ਬਖਸ਼ਿਸ਼ ਕਰਦੇ ਨੇ ਕਿ ਉਸ ਪ੍ਰਭੂ ਨੂੰ ਅੱਠੇ ਪੈਰ ਸਿਮਰਨਾ ਚਾਹੀਦਾ ਹੈ। ਤੇ ਹੁਣ ਬੇਨਤੀ ਕਰਦੇ ਨੇ, ਰਮਈਆ ਰੇਨ ਸਾਧ ਜਨ ਪਾਵੋ। ਹੇ ਪ੍ਰਮਾਤਮਾ ਜੀ, ਮਿਹਰ ਕਰੋ, ਰਹਿਮਤ ਕਰੋ। ਇਹ ਮੇਰੇ ਸੋਹਣੇ ਪ੍ਰਭੂ ਜੀਓ, ਮੈਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰ ਲਵਾਂ। ਰਮਈਆ ਰੇਨ, ਕਿਹਦੀ ਰੇਨ? ਸਾਧ ਜਨ, ਸਾਧ ਜਨਾਂ ਦੀ ਪਾਵਾਂ। ਇਹ ਮੇਰੇ ਪ੍ਰਮਾਤਮਾ ਜੀਓ, ਮੈਨੂੰ ਸਤ ਸੰਗਤ ਬਖਸ਼ ਦੇ, ਸਾਧ ਜਨ ਬਖਸ਼ ਦੇ, ਜਿਹੜੇ ਸਾਧ ਜਨ ਤੇਰੀ ਬੰਦਗੀ ਕਰਦੇ ਨੇ। ਮੈਂ ਉਹਨਾਂ ਦੇ ਚਰਨਾਂ ਦੀ ਧੂੜ ਪਾਉਣੀ ਚਾਹੁੰਦਾ, ਉਹਨਾਂ ਦੇ ਚਰਨਾਂ ਦੀ ਧੂੜ ਹੋਣੀ ਚਾਹੁੰਦਾ ਹਾਂ। ਗੁਰ ਮਿਲ ਆਪਣਾ ਖਸਮ ਧਿਆਉ। ਰਹਾਉ, ਤੇ ਮੈਂ ਗੁਰੂ ਨੂੰ ਮਿਲ ਕੇ, ਉਹਨਾਂ ਸਾਧ ਜਨਾਂ ਦੀ ਬਰਕਤ ਸਦਕਾ, ਸਤ ਸੰਗਤ ਸਦਕਾ, ਮੈਂ ਗੁਰੂ ਨੂੰ ਮਿਲ ਕੇ ਤੇ ਆਪਣਾ ਖਸਮ, ਜਿਹਨੇ ਮੈਨੂੰ ਇਹ ਸਰੀਰ ਦਿੱਤਾ, ਜਿਹਨੇ ਮੈਨੂੰ ਇੱਜ਼ਤ ਦਿੱਤੀ, ਜਿਹਨੇ ਮੈਨੂੰ ਮਾਣ ਦਿੱਤਾ, ਜਿਹਨੇ ਮੈਨੂੰ ਵਡਿਆਈ ਦਿੱਤੀ, ਮੈਂ ਉਸ ਪ੍ਰਭੂ ਨੂੰ ਧਿਆ ਲਵਾਂ, ਉਸ ਪ੍ਰਭੂ ਨੂੰ ਜਪ ਲਵਾਂ, ਉਸ ਪ੍ਰਭੂ ਦਾ ਸਿਮਰਨ ਕਰਾਂ, ਕਿਉਂਕਿ ਉਸ ਪ੍ਰਮਾਤਮਾ ਨੇ ਮੈਨੂੰ ਇਹ ਸਭ ਕੁਝ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਜਿਨ ਕੀਤਾ ਮੂੜ ਤੇ ਭਗਤਾ, ਜਿਨ ਕੀਤਾ ਬੇਸੁਰਤ ਤੇ ਸੁਰਤਾ, ਜਿਸ ਪ੍ਰਸਾਦ ਨਵੈ ਨਿਦ ਪਾਈ, ਸੋ ਪ੍ਰਭ ਮਨ ਤੇ ਬਿਸਰਤ ਨਾਹੀ। ਗੁਰੂ ਸਾਹਿਬ ਇਸ ਪਦੇ ਅੰਦਰ ਬਖਸ਼ਿਸ਼ ਕਰਦੇ ਨੇ ਕਿ ਭਾਈ, ਜਿਨ ਕੀਤਾ ਮੂੜ ਤੇ ਭਗਤਾ, ਮੂੜ ਮੂਰਖ ਤੇ ਭਗਤਾ ਚੰਗਾ ਬੋਲਣ ਵਾਲਾ। ਇਹ ਭਾਈ, ਜਿਸ ਪ੍ਰਭੂ ਨੇ ਮੈਨੂੰ ਮੂਰਖ ਅਣਜਾਣ ਤੋਂ ਸੁੰਦਰ ਬੋਲਣ ਵਾਲਾ ਬਣਾ ਦਿੱਤਾ। ਜਿਨ ਕੀਤਾ ਬੇਸੁਰਤ ਤੇ ਸੁਰਤਾ, ਬੇਸੁਰਤ ਬੇਸਮਝ, ਜਿਹੜਾ ਸਮਝਦਾਰ ਨੇ। ਗੁਰੂ ਸਾਹਿਬ ਕਹਿੰਦੇ ਨੇ, ਜਿਹਨੇ ਮੈਨੂੰ ਬੇਸਮਝੇ ਨੂੰ ਸਮਝਦਾਰ ਬਣਾ ਦਿੱਤਾ। ਜਿਸ ਪ੍ਰਸਾਦ ਨਵੈ ਨਿਧ ਪਾਈ। ਹੁਣ ਇੱਥੇ ਨਵੈ ਨਿਧ ਭਾਵ 9 ਨਿਧੀਆਂ। ਲੋਕ 9 ਨਿਧੀਆਂ ਇਕੱਠੀਆਂ ਕਰਨ ਵਾਸਤੇ ਭਟਕਦੇ ਨੇ, ਤੇ ਸਤਿਗੁਰੂ ਨੇ ਇੱਕ ਕਿਰਪਾ ਦੇ ਨਾਲ ਇਹ 9 ਨਿਧੀਆਂ ਮੇਰੀ ਝੋਲੀ ਵਿੱਚ ਪਾ ਦਿੱਤੀਆਂ। ਮੈਂ ਉਸ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਜਿਹਨੇ ਮੇਰੇ ਝੋਲੀ ਵਿੱਚ ਆਪਣੀ ਕਿਰਪਾ ਸਦਕਾ 9 ਨਿਧੀਆਂ ਪਾ ਦਿੱਤੀਆਂ। ਸੋ ਪ੍ਰਭ ਮਨ ਤੇ ਬਿਸਰਤ ਨਾਹੀ। ਇਹ ਪ੍ਰਮਾਤਮਾ, ਮੈਂ ਅਰਦਾਸ ਕਰਦਾ ਕਿ ਮੈਂ ਉਸ ਪ੍ਰਭੂ ਨੂੰ ਕਦੇ ਵੀ ਭੁਲਾਵਾਂ ਨਾ। ਮੈਨੂੰ ਭੁੱਲਣਾ ਨਹੀਂ ਚਾਹੀਦਾ ਉਹ ਪ੍ਰਮਾਤਮਾ, ਜਿਹਨੇ ਰਹਿਮਤ ਕਰਕੇ ਸਾਰੇ ਖਜ਼ਾਨੇ ਮੇਰੀ ਝੋਲੀ ਵਿੱਚ ਪਾਏ ਨੇ। ਰਹਿਮਤ ਕੀਤੀ ਹੈ, ਮੈਨੂੰ ਮੂਰਖ ਨੂੰ ਸਿਆਣਾ ਬਣਾਇਆ, ਮੈਨੂੰ ਬੇਸਮਝ ਨੂੰ ਸਮਝਦਾਰ ਬਣਾਇਆ, ਮੇਰੀ ਝੋਲੀ ਵਿੱਚ 9 ਨਿਧੀਆਂ ਪਾ ਦਿੱਤੀਆਂ। ਇਸ ਲਈ ਇਹ ਪ੍ਰਮਾਤਮਾ ਜੀਓ, ਮੈਨੂੰ ਸਦਾ ਤੁਹਾਡਾ ਨਾਮ ਚਿੱਤੇ ਰਹੇ। ਸੋ ਪ੍ਰਭ ਮਨ ਤੇ ਬਿਸਰਤ ਨਾਹੀ। ਇਹ ਸਤਿਗੁਰੂ ਜੀਓ, ਐਸਾ ਗੁਰੂ ਪ੍ਰਭੂ ਮੈਨੂੰ ਕਦੇ ਵੀ ਵਿਸਰੇ ਨਾ।
जिन दिया ने थावे को थान, जिन दिया ने माने को मान, जिन कीनी सब पूरन आसा, सिमरो दिन रैन सास गिरासा। हुण सतगुरु जी बख्शिश करदे ने ते आख रहे ने, हे परमात्मा जी बख्शिश कर दिओ। जिथे पहलियां दो पदियां विच बख्शिश कीती है कि परमात्मा दे रहमत करके ये शरीर बख्शिया, जिन्हें ये शरीर बख्शिया, जिन्हें ये मेरी गर्भ विच रखिया कीती, जिन्हें शोभा वडियाई दिती, मैं सदा उन्होंने ध्याउंदा रहां। जिन्हें मैनू बेसुरत तो सुरता कीता, जिन्हें मूढ़ तो बगता कीता। हुण सतगुरु जी अगे बख्शिश करदे ने कि जिन्हें मैनू निथावे तो थां वाला बना दिता। मैं निथावां था, मैनू किते थां टिकाणा नहीं सी ते मैनू निथावे नू थां वाला कर दिता। मैनू कोई इज्जत नहीं सी दिंदा, मेरा कोई जगत दे विच थां टिकाणा नहीं सी ते ना ही मैनू कोई इज्जत दिंदा सी। मैं बेइज्जता सी ते मैनू इज्जत बख्शी। मेरी कोई भी आस पूरी नहीं सी हुंदी, पर मेरियां सारियां आसां पूर्ण करन वाला वो परमात्मा। जिन दिया निथावे को थान, जिन दिया निमाने को मान, जिन किनी सब पूर्ण आसा। गुरु अर्जन पातशाह जी कहंदे, फिर जिन्हें सारियां आसां पूर्ण कर दित्तियां, जिन्हें निथावे नूं थां दे दित्ती, जिन्हें निमाणे नूं मान दे दिता, सिमरो दिन रैन सास गिरासा। ये भाई उन्होंने सदा दिन रैन, दिने रात ਸਾਹ ਲੈਂਦਿਆਂ ਤੇ ਗਰਾਸਾ, ਗਰਾ ਅੰਦਰ ਭਾਵ ਰੋਟੀ ਖਾਂਦਿਆਂ, ਪਾਣੀ ਪੀਂਦਿਆਂ, ਸਾਸ ਗਰਾਸ, ਸਾਹ ਲੈਂਦਿਆਂ ਤੇ ਖਾਂਦਿਆਂ ਪੀਂਦਿਆਂ ਹਰ ਸਮੇਂ ਉਹ ਪ੍ਰਮਾਤਮਾ ਜਿਹੜਾ ਵਾ ਉਹਦਾ ਸਿਮਰਨ ਅੰਦਰ ਚੱਲਦਾ ਰਹਿਣਾ ਚਾਹੀਦਾ ਹੈ। ਅਖੀਰਲਾ ਪਦਾ ਹੈ, ਜਿਸ ਪ੍ਰਸਾਦ ਮਾਇਆ ਸਿਲਕ ਕਾਟੀ, ਗੁਰ ਪ੍ਰਸਾਦ ਅੰਮ੍ਰਿਤ ਬਿਖ ਖਾਟੀ, ਕਹੋ ਨਾਨਕ ਇਸ ਤੇ ਕਿਛ ਨਾਹੀ, ਰਾਖਣ ਹਾਰੇ ਕਉ ਸਲਾਹੀ। ਹੁਣ ਸਤਿਗੁਰੂ ਜੀ ਇਸ ਅਖੀਰਲੇ ਪਦੇ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਜਿਸ ਪ੍ਰਭੂ ਦੀ ਕਿਰਪਾ ਨਾਲ ਮੇਰੇ ਗਲ ਦੇ ਵਿੱਚੋਂ ਸਿਲਕ ਭਾਵ ਫਾਹੀ, ਜਿਸ ਪ੍ਰਸਾਦ ਮਾਇਆ ਸਿਲਕ ਕਾਟੀ, ਮਾਇਆ ਦੀ ਜਿਹੜੀ ਫਾਹੀ ਸੀ ਨਾ, ਜਿਹਦੀ ਕਿਰਪਾ ਦੇ ਨਾਲ ਮੇਰੇ ਅੰਦਰ, ਜਿਸ ਦੀ ਕਿਰਪਾ ਦੇ ਨਾਲ ਮੇਰੇ ਗਲ ਵਿੱਚ ਪਈ ਹੋਈ ਮਾਇਆ ਦੀ ਜਿਹੜੀ ਫਾਹੀ ਸੀ ਉਹ ਕੱਟੀ ਗਈ। ਗੁਰ ਪ੍ਰਸਾਦ ਅੰਮ੍ਰਿਤ ਬਿਖ ਖਾਟੀ, ਜਿਸ ਦੇ ਰਾਹੀਂ ਗੁਰੂ ਦੀ ਕਿਰਪਾ ਨਾਲ ਮੈਨੂੰ ਅੰਮ੍ਰਿਤ ਵਰਗੀ ਮਿੱਠੀ ਲੱਗਣ ਵਾਲੀ ਜਿਹੜੀ ਮਾਇਆ ਸੀ ਉਹ ਕੌੜੀ, ਅੰਮ੍ਰਿਤ ਬਿਖ ਖਾਟੀ, ਜ਼ਹਿਰ ਪਾਸਣ ਲੱਗ ਪਈ। ਕਿਹਦੇ ਰਾਹੀਂ? ਗੁਰੂ ਦੇ, ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਜਿਹੜੀ ਮਾਇਆ, ਜਿਹੜੀ ਮਮਤਾ ਮੋਹ ਸੀ, ਜਿਹੜੀ ਮੈਨੂੰ ਮਾਇਆ ਚੰਗੀ ਲੱਗਦੀ ਸੀ, ਮਿੱਠੀ ਲੱਗਦੀ ਸੀ, ਹੁਣ ਜ਼ਹਿਰ ਪਾਖਣ ਲੱਗ ਪਈ। ਕਹੋ ਨਾਨਕ ਇਸ ਤੇ ਕਿਛ ਨਾਹੀ। ਤੇ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ ਕਿ ਹੇ ਭਾਈ, ਇਸ ਜੀਵ ਦੇ ਵਸ ਵਿੱਚ ਕੁਝ ਨਹੀਂ ਕਿ ਉਹ ਆਪਣੇ ਉਦਮ ਨਾਲ ਪ੍ਰਭੂ ਦੀ ਸਿਫਤ ਸਲਾਹ ਕਰ ਸਕੇ। ਕਹੋ ਨਾਨਕ ਇਸ ਤੇ ਕਿਛ ਨਾਹੀ, ਇਸ ਭਾਵ ਮਨੁੱਖ, ਇਸ ਜੀਵ ਦੇ ਭਾਵ ਮੇਰੇ ਵਸ ਕੁਛ ਨਹੀਂ। ਰਾਖਣ ਹਾਰੇ ਕੋ ਸਲਾਹੀ, ਭਾਈ ਜਿਹੜਾ ਰੱਖਣ ਹਾਰਾ ਹੈ, ਜਿਹੜਾ ਰੱਖਿਆ ਕਰਨ ਵਾਲਾ ਹੈ, ਸਦਾ ਉਹਦੀ ਸਲਾਹੁਣਾ ਕਰ, ਸਦਾ ਉਹਦਾ ਨਾਮ ਜਪ, ਕਿਉਂਕਿ ਉਹੀ ਰੱਖਿਆ ਕਰ ਸਕਦਾ ਹੈ, ਉਹੀ ਤੈਨੂੰ ਬਚਾ ਸਕਦਾ ਹੈ, ਉਹੀ ਤੈਨੂੰ ਸਾਰਿਆਂ ਬੰਧਨਾਂ ਤੋਂ ਮੁਕਤ ਕਰ ਸਕਦਾ ਹੈ। ਸਤਿਗੁਰੂ ਨੇ ਬੜੀ ਰਹਿਮਤ ਕੀਤੀ ਹੈ। ਆਪ ਸਭ ਸੰਗਤਾਂ ਨੇ ਬੜੇ ਅਦਬ ਸਤਿਕਾਰ ਦੇ ਨਾਲ ਜੋ ਗੁਰਮਤਿ ਵਿਚਾਰ ਚੱਲ ਰਹੀ ਹੈ ਉਹਦੇ ਵਿੱਚ ਜੁੜ ਕੇ ਆਪ ਨੇ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਤੇ ਸਤਿਗੁਰੂ ਜੀ ਰਹਿਮਤ ਕਰਨ। ਇਸੇ ਤਰ੍ਹਾਂ ਹੀ ਆਪ ਸਭ ਜੁੜ ਕੇ ਲਾਹਾ ਪ੍ਰਾਪਤ ਕਰੋ। 3 ਸ਼ਬਦ ਅਸੀਂ ਅੱਜ ਵਿਚਾਰੇ ਹਨ। ਆਪ ਸਭ ਸੰਗਤਾਂ ਨੇ ਆਪਣੇ ਘਰ ਵਿੱਚ ਬੈਠ ਕੇ ਇਹਦੀ ਵਿਚਾਰ ਕਰਨੀ ਹੈ। ਕੱਲ ਨੂੰ ਅਗਲਿਆਂ ਸ਼ਬਦਾਂ ਦੀ ਵਿਚਾਰ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।